ਨਵਜੋਤ ਸਿੱਧੂ ਦੀ ਜੀਵਨ कैसा रहा जी ਤਾਂ ਉਹ ਹਮੇਸ਼ਾ ਇਸ ਕਿੱਸੇ ਦਾ ਜ਼ਿਕਰ ਕਰਦੇ ਆ ਜਦੋਂ ਕਦੇ ਉਹ ਮੋਟੀਵੇਸ਼ਨਲ ਸਪੀਚ ਦਿੰਦੇ ਆ ਜਾਂ ਇਨਸਪੀਰੇਸ਼ਨਲ ਗੱਲ ਕਰਨੀ ਹੈ जी ਤਾਂ ਆਪਦੇ ਜੀਵਨ ਦੇ ਇਸ ਕਿੱਸੇ ਬਾਰੇ ਹਮੇਸ਼ਾ ਉਹ ਗੱਲ ਕਰਦੇ ਆ Live one idea, breathe one idea, sleep one idea, talk one idea. Let that idea be a tidal wave. Let it engulf every pore in your body, and every pore in your body must sing that idea. You will be successful. ਨਵਜੋਤ ਸਿੱਧੂ ਅਕਸਰ ਇਹ ਗੱਲ ਦੱਸਦੇ ਆ ਕਿ ਮੈਂ ਉਦੋਂ ਸ਼ੁਰੂਆਤ ਹੋਈ ਬਹੁਤਾ ਵਧੀਆ ਪਰਫਾਰਮ ਨਹੀਂ ਕੀਤਾ, ਮੈਂ ਚੀਟ ਕਰਦਾ ਸੀ। ਸਵੇਰੇ ਪਿਓ ਨੇ ਉਠਾਉਣਾ ਤੜਕੇ ਵੀ ਚੱਲ ਗਰਾਊਂਡ 'ਚ ਤੇ ਨਾਲ ਦੇ ਕਮਰੇ ਜਾ ਕੇ ਸੌਂ ਜਾਣਾ ਤੇ ਨੌਕਰਾਂ ਨੂੰ 10-20 ਰੁਪਏ ਦੇ ਦੇਣੇ ਵੀ ਕਹਿ ਦੀ ਵੀ ਗਰਾਊਂਡ ਗਿਆ। I would cheat him every day when I was young. मैं 16-17 साल की उम्र में हर रोज उनसे चीटिंग करता था। वो सवेरे मुझे उठाते 5 बजे, मैं दूसरे कमरे में जाके सो जाता। नौकरों को 20 रुपए हफ्ते दिए होते थे कि भैया बताना नहीं, और फिर पानी मार के टी शर्ट के ऊपर ताड़ गीली करके टी शर्ट वापस चले जाना। कितने बजे राउंड? 10 राउंड बजा। थक गया बेटा, आजा सो जा। ਰਾਜਨ ਬਾਲਾ ਵੱਡੇ ਸਪੋਰਟਸ ਜਰਨਲਿਸਟ ਸੀਗੇ। ਇੰਡੀਅਨ ਐਕਸਪ੍ਰੈਸ ਅਖਬਾਰ 'ਚ ਨਵਜੋਤ ਸਿੱਧੂ ਆਪ ਦੱਸਦੇ ਇਹ ਗੱਲ ਕਿ ਇੰਡੀਅਨ ਐਕਸਪ੍ਰੈਸ ਅਖਬਾਰ ਦੇ ਵਿੱਚ ਖਬਰ ਛਪੀ ਔਰ ਉਸ ਦਿਨ ਉਹ ਸਵੇਰੇ ਆਏ ਤਾਂ ਉਹਨਾਂ ਦੇ ਪਿਤਾ ਦੀਆਂ ਅੱਖਾਂ 'ਚ ਹੰਝੂ ਸੀਗੇ। मैं बाथरूम से नहा के निकला, मैंने फादर को पहली बार जिंदगी में रोते हुए देखा, बच्चे की तरह रोते हुए देखा। एडवोकेट जनरल ऑफ द स्टेट, 2-time MP, 4-time MLA, crying and sobbing like a little kid. And on the front page of the Indian Express, article by Rajan Bala, Navjot Singh Sidhu, the strokeless wonder. वो चेपी लग गई मेरे सर के ऊपर। ਤਾਂ ਉਹ ਪੜ੍ਹ ਕੇ ਇੰਨੇ ਕੁ ਦਿਲ ਤੇ ਸੱਟ ਵੱਜੀ ਕਿ ਨਵਜੋਤ ਸਿੱਧੂ ਦੱਸਦੇ ਕਿ ਉਹ ਜਿਹੜਾ ਆਰਟੀਕਲ ਦੀ ਕਟਿੰਗ ਸੀ ਨਾ, ਉਹ ਮੈਂ ਆਪਦੀ ਅਲਮਾਰੀ ਤੇ ਚਿਪਕਾ ਲਈ। जी ਹੱਥ 'ਚ ਪਾਣੀ ਲਿਆ, ਛਿੱਟੇ ਮਾਰੇ ਤੇ ਉਹਨਾਂ ਛਿੱਟਿਆਂ ਨੂੰ ਸੈਕਰੇਡ ਮੰਨ ਕੇ ਪ੍ਰਣ ਕੀਤਾ ਕਿ ਪਿਤਾ ਦਾ ਸੁਪਨਾ ਪੂਰਾ ਕਰਨਾ। ਇੰਡੀਅਨ ਟੀਮ ਤੋਂ ਡ੍ਰੌਪ ਹੋਇਆ, ਦੁਬਾਰਾ इंडिया खेलना है। काटा वो आर्टिकल और अपनी अलमारी में चिपकाया, और बॉस सवेरे 3:30 बजे बगैर अलार्म के उठता था और हर रोज 125 छक्के। every day बॉस। my hands would bleed, खून चलता था हाथों में से, ऐसा खून चलता था, छाले इतने मोटे मोटे पड़ गए थे। ਵਰਲਡ ਕੱਪ ਦੇ ਵਿੱਚ 5 ਹਾਫ ਸੈਂਚੁਰੀਜ਼ ਮਾਰਦੇ ਆ, 26 ਛੱਕੇ, ਸਿਕਸਰ ਸਿੱਧੂ ਦਾ ਉੱਥੋਂ ਫਿਰ ਨਾਮ ਪੈਂਦਾ। The Reliance World Cup, 5 50s in a row, 26 sixes. I became a hero, and I'm going to Sharjah. It was the Khaleej Times, the premier newspaper in Sharjah, Dubai. उसके front page पे इतनी बड़ी स्टोरी थी, राजन बाला ने लगाई थी, नवजोत सिंह सिद्धू from a strokeless wonder to a palm groove hitter, a world record holder. सिमरन जी, नवजोत सिद्धू ਦਾ ਇੱਕ ਕਿੱਸਾ ਜਿਹੜਾ ਬੇਹੱਦ ਮਸ਼ਹੂਰ ਰਿਹਾ, ਸਟ੍ਰੋਕਲੈਸ ਵੰਡਰ, ਇਹ ਕੀ ਹੈ ਅਸਲ ਦੇ ਵਿੱਚ? ਦਰਅਸਲ ਨਵਜੋਤ ਸਿੱਧੂ ਦੀ ਜ਼ਿੰਦਗੀ ਇਸ ਕਿੱਸੇ ਤੇ ਆਧਾਰਿਤ ਰਹੀ ਹੈ। ਨਵਜੋਤ ਸਿੱਧੂ ਜਦੋਂ ਆਪਣੇ ਆਪ ਦੀ ਗੱਲ ਕਰਦੇ ਹੈ, ਸਿਆਸਤ ਤੋਂ ਪਰੇ ਹੋ ਕੇ ਜਦੋਂ ਗੱਲ ਕਰਦੇ ਹੈ ਕਿ ਨਵਜੋਤ ਸਿੱਧੂ ਦੀ ਜੀਵਨ कैसा ਰਿਹਾ ਜੀ, ਤਾਂ ਉਹ ਹਮੇਸ਼ਾ ਇਸ ਕਿੱਸੇ ਦਾ ਜ਼ਿਕਰ ਕਰਦੇ ਆ ਜਦੋਂ ਕਦੇ ਉਹ ਮੋਟੀਵੇਸ਼ਨਲ ਸਪੀਚ ਦਿੰਦੇ ਆ ਜਾਂ ਇਨਸਪੀਰੇਸ਼ਨਲ ਗੱਲ ਕਰਨੀ ਹੈ ਤਾਂ ਆਪਦੇ ਜੀਵਨ ਦੇ ਇਸ ਕਿੱਸੇ ਬਾਰੇ ਹਮੇਸ਼ਾ ਉਹ ਗੱਲ ਕਰਦੇ ਆ। ਪਟਿਆਲੇ ਦੇ ਤੁਹਾਨੂੰ ਪਤਾ ਹੈ ਜੰਪਲ ਸੀ, ਇੱਥੇ ਖੇਡੇ, ਉਹਨਾਂ ਦੇ ਪਿਤਾ ਸਿਆਸਤਦਾਨ ਸੀਗੇ, ਨਾਮ ਵੱਡਾ ਸੀਗਾ ਜੀ। ਤਾਂ ਨਵਜੋਤ ਸਿੱਧੂ ਜਦੋਂ ਕ੍ਰਿਕਟ ਖੇਡਣੀ ਸ਼ੁਰੂ ਕੀਤੀ, ਉਹਨਾਂ ਨੇ ਉਹਨਾਂ ਦੇ ਪਿਤਾ ਦਾ ਸੁਪਨਾ ਸੀਗਾ ਕਿ ਪੁੱਤ ਦਾ ਨਾਮ ਹੋਵੇ। ਤਾਂ ਕੋਈ ਸ਼ੁਰੂਆਤ ਦੇ ਵਿੱਚ ਬਹੁਤਾ ਵਧੀਆ ਪਰਫਾਰਮ ਨਹੀਂ ਕਰ ਰਹੇ ਸੀ। ਨਵਜੋਤ ਸਿੱਧੂ ਅਕਸਰ ਇਹ ਗੱਲ ਦੱਸਦੇ ਆ ਕਿ ਮੈਂ ਉਦੋਂ ਸ਼ੁਰੂਆਤ ਹੋਈ, ਬਹੁਤਾ ਵਧੀਆ ਪਰਫਾਰਮ ਨਹੀਂ ਕੀਤਾ, ਮੈਂ ਚੀਟ ਕਰਦਾ ਸੀ। ਸਵੇਰੇ ਪਿਓ ਨੇ ਉਠਾਉਣਾ ਤੜਕੇ ਵੀ ਚੱਲ ਗਰਾਊਂਡ 'ਚ ਤੇ ਨਾਲ ਦੇ ਕਮਰੇ ਜਾ ਕੇ ਸੌਂ ਜਾਣਾ ਤੇ ਨੌਕਰਾਂ ਨੂੰ 10-20 ਰੁਪਏ ਦੇ ਦੇਣੇ ਵੀ ਕਹਿ ਦੀ ਵੀ ਗਰਾਊਂਡ ਗਿਆ ਤੇ 2-3 ਘੰਟਿਆਂ ਬਾਅਦ ਪਾਣੀ ਦੇ ਛਿੱਟੇ ਛੁੱਟੇ ਮਾਰ ਕੇ ਤੇ ਫੇਰ ਆ ਜਾਣਾ। ਪਿਓ ਨੇ ਕਹਿਣਾ ਕਿੰਨੇ ਗੀੜੇ ਲਾਏ ਐ? ਮੈਂ ਇੰਨੇ ਗੀੜੇ ਲਾਏ ਐ ਤੇ ਉਹਨਾਂ ਕਹਿਣਾ ਚੱਲ ਆ ਜਾ ਸੌਂ ਜਾ, ਤੇ ਫਿਰ ਸੌਂ ਜਾਣਾ। ਰਾਜਨ ਬਾਲਾ ਵੱਡੇ ਸਪੋਰਟਸ ਜਰਨਲਿਸਟ ਸੀਗੇ। ਇੰਡੀਅਨ ਐਕਸਪ੍ਰੈਸ ਅਖਬਾਰ 'ਚ ਨਵਜੋਤ ਸਿੱਧੂ ਆਪ ਦੱਸਦੇ ਇਹ ਗੱਲ ਕਿ ਇੰਡੀਅਨ ਐਕਸਪ੍ਰੈਸ ਅਖਬਾਰ ਦੇ ਵਿੱਚ ਖਬਰ ਛਪੀ ਔਰ ਉਸ ਦਿਨ ਉਹ ਸਵੇਰੇ ਆਏ ਤਾਂ ਉਹਨਾਂ ਦੇ ਪਿਤਾ ਦੀਆਂ ਅੱਖਾਂ 'ਚ ਹੰਝੂ ਸੀਗੇ। ਹਰ ਹੱਥ ਦੇ ਵਿੱਚ ਅਖਬਾਰ ਸੀ, ਉਹ ਅਖਬਾਰ ਲਕੋ ਲਿਆ। ਨਵਜੋਤ ਸਿੱਧੂ ਨੇ ਜਦੋਂ ਅਖਬਾਰ ਦੇਖਿਆ, ਕਿਉਂਕਿ ਆਪਦੇ ਪਿਤਾ ਦੀਆਂ ਅੱਖਾਂ 'ਚ ਇਸ ਤਰ੍ਹਾਂ ਕਦੇ ਹੰਝੂ ਨਹੀਂ ਸੀ ਦੇਖੇ। ਸਿਆਸਤਦਾਨ, ਵੱਡੇ ਸਿਆਸਤਦਾਨ, MLA ਰਹੇ,
ਔਰ ਕਹਿੰਦੇ ਜਦੋਂ ਮੈਂ ਉਹ ਦੇਖਿਆ ਤਾਂ ਉਹਦੇ ਤੇ 40 ਕੁ ਲਾਈਨਾਂ ਦਾ ਆਰਟੀਕਲ ਸੀਗਾ, ਨਵਜੋਤ ਸਿੱਧੂ ਅ ਸਟ੍ਰੋਕਲੈਸ ਵੰਡਰ। ਤਾਂ ਉਹ ਪੜ੍ਹ ਕੇ ਇੰਨੇ ਕੁ ਦਿਲ ਤੇ ਸੱਟ ਵੱਜੀ ਕਿ ਨਵਜੋਤ ਸਿੱਧੂ ਦੱਸਦੇ ਕਿ ਉਹ ਜਿਹੜਾ ਆਰਟੀਕਲ ਦੀ ਕਟਿੰਗ ਸੀ ਨਾ, ਉਹ ਮੈਂ ਆਪਦੀ ਅਲਮਾਰੀ ਤੇ ਚਿਪਕਾ ਲਈ ਜੀ। ਹੱਥ 'ਚ ਪਾਣੀ ਲਿਆ, ਛਿੱਟੇ ਮਾਰੇ ਤੇ ਉਹਨਾਂ ਛਿੱਟਿਆਂ ਨੂੰ ਸੈਕਰੇਡ ਮੰਨ ਕੇ ਪ੍ਰਣ ਕੀਤਾ ਕਿ ਪਿਤਾ ਦਾ ਸੁਪਨਾ ਪੂਰਾ ਕਰਨਾ। ਇੰਡੀਅਨ ਟੀਮ ਤੋਂ ਡ੍ਰੌਪ ਹੋਇਆ, ਦੁਬਾਰਾ ਇੰਡੀਆ ਖੇਡਣਾ ਹੈ, ਵਾਪਸ ਜਾਣਾ, ਨਾਮ ਕਮਾਉਣਾ ਹੈ ਜੀ। ਤਾਂ ਨਵਜੋਤ ਸਿੱਧੂ ਦੱਸਦੇ ਕਿ ਉਸ ਦਿਨ ਤੋਂ ਬਾਅਦ ਸਵੇਰੇ 3:30 ਵਜੇ ਉਹ ਉੱਠ ਜਾਂਦੇ ਸੀ। 3:30 ਉੱਠਣ ਤੋਂ ਬਾਅਦ ਗਰਾਊਂਡ 'ਚ ਜਾ ਕੇ ਪਹਿਲਾਂ ਪਾਣੀ ਦੇਣਾ, ਫਿਰ ਰੋਲਰ ਬਹੁਤ ਭਾਰਾ ਹੁੰਦਾ ਹੈ। ਕ੍ਰਿਕਟ ਜਿਹੜੇ ਬੰਦੇ ਖੇਡੇ ਹੈ, ਪਿਚ ਰੋਲ ਕਰਨੀ ਸਭ ਤੋਂ ਔਖਾ ਕੰਮ ਮੰਨਿਆ ਜਾਂਦਾ। ਪਿਚ ਨੂੰ ਰੋਲ ਕਰਨਾ, ਫਿਰ ਦੌੜਨਾ, ਤੇ ਦਿਨ ਦੇ 126 ਛੱਕੇ, 125 ਛੱਕਾ ਰੋਜ਼ ਨਵਜੋਤ ਸਿੱਧੂ ਨੇ ਮਾਰੇ ਬਿਨਾ ਘਰ ਨਹੀਂ ਸੀ ਜਾਂਦੇ। ਦੁਪਹਿਰੇ ਸਿਰਫ 1 ਘੰਟੇ ਦਾ ਰੈਸਟ, ਉਹ ਵੀ ਰੋਟੀ ਖਾਣੀ ਹੈ। ਸਵੇਰੇ ਦੁੱਧ ਪੀ ਕੇ ਉਹ ਵਾਰ-ਵਾਰ ਇਹ ਗੱਲ ਜ਼ਿਕਰ ਕਰਦੇ ਆ ਕਿ ਜਲੇਬੀਆਂ ਦੁੱਧ 'ਚ ਸਿੱਟ ਲੈਣੀਆਂ ਮੈਂ, ਉਦੋਂ ਬਾਅਦ ਗਰਾਊਂਡ ਚਲੇ ਜਾਣਾ, ਹੱਥਾਂ 'ਚੋਂ ਖੂਨ ਨਿਕਲ ਆਉਣਾ। 125 ਛੱਕੇ ਜਦੋਂ ਤੱਕ ਨਵਜੋਤ ਸਿੱਧੂ ਕਹਿੰਦੇ ਮੈਂ ਨਹੀਂ ਮਾਰਦਾ ਸੀ ਤੇ ਮੈਂ ਉਦੋਂ ਤਾਈਂ ਸਾਹ ਨਹੀਂ ਲੈਂਦਾ ਸੀ। ਫਿਰ ਇੱਕ ਟੂਰਨਾਮੈਂਟ ਆਇਆ ਜਿੱਥੇ ਕਪਿਲ ਦੇਵ ਨੇ ਇਨਵਾਈਟ ਕੀਤਾ, ਉਸ ਟੂਰਨਾਮੈਂਟ 'ਚ ਸੈਂਚੁਰੀਜ਼ ਮਾਰੀਆਂ। ਵਰਲਡ ਕੱਪ ਦੇ ਪ੍ਰੋਬੇਬਲ 25 'ਚ ਨਾਂ ਆ ਗਿਆ, ਜਿਹੜਾ ਡ੍ਰੌਪ ਹੋਇਆ ਨਵਜੋਤ ਸਿੱਧੂ ਸੀਗਾ। ਔਰ ਇੰਨੀ ਮਿਹਨਤ ਕੀਤੀ। ਇੱਕ ਦਿਨ ਨਵਜੋਤ ਸਿੱਧੂ ਕਹਿੰਦਾ ਕਿ ਮੈਂ ਸੁੱਤਾ ਉੱਠਿਆ ਜਦੋਂ ਮੈਂ ਆਪਦੇ ਪਿਤਾ ਕੋਲ ਗਿਆ ਤੇ ਪਿਤਾ ਦੁਨੀਆ 'ਚ ਨਹੀਂ ਸੀਗੇ, ਹਲਾਇਆ, ਬੋਲੇ ਨਹੀਂ। ਉਸ ਮੂਮੈਂਟ ਨੇ ਜ਼ਿੰਦਗੀ ਬਦਲਤੀ। ਉਹ 15 ਦਿਨ ਪਤਾ ਨਹੀਂ ਸੀ ਕਿ ਨਵਜੋਤ ਸਿੱਧੂ ਨੂੰ ਕਿ ਕੀ ਹੋ ਰਿਹਾ ਹੈ। ਉਸ ਜਜ਼ਬਾਤ ਨੇ ਐਸੀ ਜ਼ਿੰਦਗੀ ਬਦਲੀ, ਸਾਰਿਆਂ ਨੇ ਕਿਹਾ ਕਿ ਹੁਣ ਆਪਦੇ ਪਿਓ ਦਾ ਸੁਪਨਾ ਪੂਰਾ ਕਰਨਾ ਹੈ ਤੂੰ। ਔਰ ਨਵਜੋਤ ਸਿੱਧੂ ਫਿਰ ਵਰਲਡ ਕੱਪ ਦੇ ਵਿੱਚ 5 ਹਾਫ ਸੈਂਚੁਰੀਜ਼ ਮਾਰਦੇ ਆ, 26 ਛੱਕੇ, ਸਿਕਸਰ ਸਿੱਧੂ ਦਾ ਉੱਥੋਂ ਫਿਰ ਨਾਮ ਪੈਂਦਾ ਜੀ। ਔਰ ਕਹਿੰਦੇ ਕਿ ਸ਼ਾਰਜਾਂ ਜਾਣਾ ਸੀਗਾ, ਉਹ ਵਰਲਡ ਕੱਪ ਤੋਂ ਬਾਅਦ ਫਿਰ ਸ਼ਾਰਜਾਂ ਜਾਣਾ ਸੀਗਾ ਤੇ ਪਲੇਨ ਦੇ ਵਿੱਚ ਖਲੀਜ ਟਾਈਮਜ਼, ਉੱਥੋਂ ਦਾ ਸਭ ਤੋਂ ਵੱਡਾ ਅਖਬਾਰ ਜਿਹੜਾ ਸੀਗਾ, ਉਹ ਅਖਬਾਰ ਹੱਥ ਦੇ ਵਿੱਚ ਰਵੀ ਸ਼ਾਸਤਰੀ ਆਏ ਤੇ ਉਹਨੇ ਕਿਹਾ ਕਿ ਸਿੱਧੂ ਸਿਡਸ ਸਮਥਿੰਗ ਵੈਰੀ ਗੁੱਡ ਰਿਟਨ ਅਬਾਊਟ ਯੂ। ਉਹ ਕਹਿੰਦਾ ਵਾਟ। ਉਹ ਜਦੋਂ ਪੜ੍ਹਿਆ ਤੇ ਪਹਿਲੇ ਪੰਨੇ ਤੇ ਰਾਜਨ ਬਾਲਾ ਉਸੇ ਪੱਤਰਕਾਰ ਦਾ ਆਰਟੀਕਲ ਸੀਗਾ ਕਿ ਨਵਜੋਤ ਸਿੱਧੂ ਅ ਸਟ੍ਰੋਕਲੈਸ ਵੰਡਰ ਟੂ ਅ ਪਾਮ ਗਰੂਵ ਹਿੱਟਰ, ਅ ਵਰਲਡ ਰੈਕੋਰਡ ਹੋਲਡਰ ਜੀ। ਤੇ ਉਸ ਦਿਨ ਕਹਿੰਦੇ ਕਿ ਮਨ 'ਚ ਸੰਤੁਸ਼ਟੀ ਆਈ, ਮੈਂ ਆਪਦੇ ਪਿਓ ਨੂੰ ਯਾਦ ਕੀਤਾ, ਪਿਤਾ ਨੂੰ ਯਾਦ ਕੀਤਾ। ਔਰ ਜਿਹੜਾ ਇੱਕ ਤਹਈਆ ਲਿਆ ਸੀਗਾ ਕਿ ਜੇ ਨਾ ਦੁਬਾਰਾ ਖੇਡਿਆ, ਨਾ ਕਮਾਇਆ ਤਾਂ ਮੈਂ ਵੀ ਆਪਣੇ ਪਿਓ ਦਾ ਪੁੱਤ ਨਹੀਂ ਆ। ਉਸ ਇੱਕ ਆਰਟੀਕਲ ਨੇ, ਰਾਜਨ ਬਾਲਾ ਦਾ ਉਸ ਆਰਟੀਕਲ ਨਵਜੋਤ ਸਿੱਧੂ ਸਟ੍ਰੋਕਲੈਸ ਵੰਡਰ, ਉਹਨੇ ਜੀਵਨ ਤਬਦੀਲ ਕੀਤਾ ਤੇ ਸਟ੍ਰੋਕਲੈਸ ਵੰਡਰ ਟੂ ਅ ਪਾਮ ਗਰੂਵ ਹਿੱਟਰ, ਅ ਵਰਲਡ ਰਿਕਾਰਡ ਹੋਲਡਰ ਨਵਜੋਤ ਸਿੱਧੂ ਬਣੇ। ਮੈਨੂੰ ਲੱਗਦਾ ਹੈ ਕਿ ਇਹੀ ਨਵਜੋਤ ਸਿੱਧੂ ਦੀ ਸਿਆਸੀ ਜ਼ਿੰਦਗੀ ਵੀ ਇਸੇ ਤਰ੍ਹਾਂ ਦੀ ਹੈ ਕਿ ਭਾਜਪਾ ਚ ਆਉਂਦੇ ਆ, ਭਾਜਪਾ ਤੋਂ ਬਾਅਦ ਫਿਰ ਜ਼ਲੀਲ ਹੋਣ ਦਾ ਦੌਰ ਸ਼ੁਰੂ ਹੁੰਦਾ, ਫਿਰ ਭਾਜਪਾ ਛੱਡਦੇ ਆ, ਕਾਂਗਰਸ ਆਉਂਦੇ ਆ, ਕਾਂਗਰਸ ਚ ਆ ਕੇ ਜੋ ਚਾਹਿਆ ਸੀ ਉਹ ਨਹੀਂ ਮਿਲਿਆ, ਫਿਰ ਕੈਬਨਿਟ ਮਿਨਿਸਟਰੀ ਤੋਂ ਰਿਜ਼ਾਈਨ ਕਰ ਦਿੰਦੇ ਆ, ਚੁੱਪ ਬੈਠੇ ਰਹਿੰਦੇ ਆ। ਇਹ ਜਿਹੜੀ ਸਾਧਨਾ ਹੈ ਨਾ ਨਵਜੋਤ ਸਿੱਧੂ ਬਾਰੇ, ਇਹ ਵੀ ਚਰਚਾ ਕਿ ਨਵਜੋਤ ਸਿੱਧੂ ਅਕਸਰ ਇਹ ਗੱਲ ਕਰਦੇ ਕਿ ਉਹ ਸਾਧਨਾ ਬਹੁਤ ਕਰਦੇ ਆ। ਉਹਨਾਂ ਬਾਰੇ ਇਹ ਵੀ ਚਰਚਾ ਹੁੰਦੀ ਹੈ ਕਿ ਉਹ ਛੱਲੇ ਮੁੰਦੀਆਂ ਬਹੁਤ ਪਾ ਕੇ ਰੱਖਦੇ ਆ, ਉਹ ਕਈ ਤਰ੍ਹਾਂ ਦੇ ਉਹਨਾਂ ਦੀ ਜਿਹੜੀ ਸਪਿਰਿਚੁਅਲ ਤੇ ਰਿਲੀਜੀਅਸ ਉਹਨਾਂ ਦੀ ਆਪ ਦੀ ਉਹ ਰਹਿੰਦੀ ਹੈ। ਪਰ ਉਹ ਸਾਰੇ ਦੇ ਵਿੱਚ ਜਿਹੜੀ ਸਿਆਸੀ ਜ਼ਿੰਦਗੀ ਵੀ ਹੈ, ਮੈਨੂੰ ਲੱਗਦਾ ਹੈ ਕਿ ਉਹ ਸਟ੍ਰੋਕਲੈਸ ਵੰਡਰ ਟੂ ਅ ਪਾਮ ਗਰੂਵ ਹਿੱਟਰ ਵਾਲੀ ਗੱਲ ਇੱਥੇ ਵੀ ਸਾਬਤ ਹੋਈ। ਰਮਨ ਕੇ ਸਟ੍ਰੋਕਲੈਸ ਵੰਡਰ ਹੋਏ ਪਹਿਲਾਂ ਕਿ ਨਵਜੋਤ ਸਿੱਧੂ ਨੇ ਪਰਫਾਰਮ ਜਿਵੇਂ ਦਾ ਸੋਚਿਆ ਸੀ ਉਵੇਂ ਨਹੀਂ ਕੀਤਾ ਕੈਬਨਿਟ ਮੰਤਰਾਲੇ 'ਚ, ਫਿਰ ਉਹ ਚੁੱਪ ਰਹੇ। ਜਿਹੜਾ ਸਾਧਨਾ ਦਾ ਦੌਰ ਰਿਹਾ ਨਾ, ਜਿਹੜਾ ਜਦੋਂ ਕਹਿੰਦੇ ਕਿ ਤੜਕੇ 3:30 ਮੈਂ ਉੱਠ ਜਾਂਦਾ ਸੀ ਤੇ ਉਸ ਤੋਂ ਬਾਅਦ ਮੈਂ ਫਿਰ ਮਿਹਨਤ ਕਰਦਾ, 125 ਛੱਕੇ ਜਿਹੜੇ ਮਾਰਦਾ ਸੀ, ਇਹ ਫਿਰ ਇਹ ਪਿਛਲੇ 2 ਸਾਲ ਮੈਨੂੰ ਲੱਗਦਾ ਨਵਜੋਤ ਸਿੱਧੂ ਦੇ ਕੰਟੈਕਸਟ ਤੋਂ ਸਮਾਂ ਰਿਹਾ ਹੋਣਾ ਉਹਨਾਂ ਦਾ ਕਿ ਉਹ ਪਲਾਨ ਕਰਨਾ ਹਰ ਤਰ੍ਹਾਂ ਨਾਲ, ਪੋਲੀਟੀਕਲੀ ਪਲਾਨਿੰਗ, ਸਪਿਰਿਚੁਅਲ ਪਲਾਨਿੰਗਸ ਉਹਨਾਂ ਦੀ, ਇਹ ਉਹ ਕਹਿੰਦੇ ਕਿ ਉਹਨਾਂ ਦੇ ਨਾਲ ਚੱਲਦੀ। ਔਰ ਇਵੈਂਚੁਅਲੀ ਪਾਮ ਗਰੂਵ ਹਿੱਟਰ ਵੱਲ ਜਿਹੜਾ ਹੋਣਾ ਕਿ ਹੁਣ ਆ ਜਿਹੜਾ 2-4 ਦਿਨ ਦਾ ਦੌਰ ਤੁਸੀਂ ਦੇਖ ਰਹੇ ਹੋ, ਜਿਹੜੇ ਉਹ ਕਹਿੰਦੇ ਆ ਕਿ ਜਿਹੜੇ 5 ਹਾਫ ਸੈਂਚੁਰੀਜ਼ ਜਦੋਂ 87 ਵਰਲਡ ਕੱਪ 'ਚ ਨਵਜੋਤ ਸਿੱਧੂ ਮਾਰਦੇ ਆ, ਸਿੱਧੂ ਸਿਕਸਰ ਦਾ ਨਾਮ ਆਉਂਦਾ, ਤਾਂ ਹੁਣ ਉਹ ਪਾਮ ਗਰੂਵ ਹਿੱਟਰ ਵਾਲੇ ਪਾਸੇ ਹੁਣ ਆਏ ਆ ਉਹ ਕਿ ਹੁਣ ਪਿਛਲੇ 2-3 ਦਿਨਾਂ ਤੋਂ ਹਾਈਪਰ ਐਕਟਿਵ ਨੇ, ਹਰ ਪਾਸੇ ਚਰਚਾ ਹੋ ਰਹੀ ਹੈ। ਪਰ ਮੈਨੂੰ ਲੱਗਦਾ ਹੈ ਕਿ ਇਸ ਪੂਰੇ ਇਨਸੀਡੈਂਟ ਦੇ ਉੱਤੇ ਪੂਰੀ ਜਿੰਨੀ ਵੀ ਕਵਰੇਜ ਹੋਈ ਹੈ, ਹਾਲਾਂਕਿ
ਮੈਂ ਤੁਹਾਨੂੰ ਦੱਸਿਆ ਕਿ ਮੈਂ 5-7 ਦਿਨ ਪਿਛਲੇ ਕੋਈ ਪਰਿਵਾਰਕ ਰੁਝੇਵੇਂ ਕਰਕੇ ਨਹੀਂ ਰਿਪੋਰਟ ਕਰ ਸਕਿਆ, ਇਹ ਪੂਰਾ ਇਨਸੀਡੈਂਟ ਮਿਸ ਹੋਇਆ। ਜਿਹੜੀਆਂ ਇੰਟਰਨਲ ਗੱਲਾਂ ਉਹ ਬਹੁਤ ਮਿਸ ਰਹੀਆਂ ਨੇ, ਉਹਨਾਂ ਤੇ ਚਰਚਾ ਹੋਣੀ ਬਹੁਤ ਲਾਜ਼ਮੀ ਸੀ, ਓਵਰਆਲ ਹੀ ਮਿਸ ਰਹੀਆਂ। ਜਿਹੜੀ ਰਿਪੋਰਟਿੰਗ ਹੋਈ ਕਿ ਮੈਨੂੰ ਇਹ ਲੱਗਿਆ ਕਿ ਕਾਰ ਦਾ ਕਾਫਲਾ ਕਿੱਥੇ ਜਾ ਰਿਹਾ, ਉਹਦੇ ਪਿੱਛੇ ਪਿੱਛੇ ਵੱਧ ਰਿਪੋਰਟਿੰਗ ਹੋ ਗਈ ਕਿ ਹੁਣ ਇੱਥੇ ਪਹੁੰਚ ਗਏ, ਇੱਥੇ ਪਹੁੰਚ ਗਏ, ਇੱਥੇ ਪਹੁੰਚ ਗਏ। ਉਹਦੇ ਪੋਸਟ ਇਹਦੇ ਕੀ ਸਿੱਟੇ ਨਿਕਲਣੇ ਆ, ਕੈਪਟਨ ਅਮਰਿੰਦਰ ਸਿੰਘ ਕਿਸ ਤਰ੍ਹਾਂ ਅੱਗੇ ਵਧਣਗੇ ਹੁਣ। ਜਿਹੜੇ ਰਵਨੀਤ ਬਿੱਟੂ ਸ਼ਰੇਆਮ ਕਹਿੰਦੇ ਸੀ ਕਿ ਐ ਬਣਨ ਦੇ ਦੇਾਂਗੇ ਨਵਜੋਤ ਸਿੱਧੂ ਨੂੰ ਪ੍ਰਧਾਨ, ਜਿਹੜੇ ਰਵਨੀਤ ਬਿੱਟੂ ਦਾ ਕਿਹਾ ਜਾਂਦਾ ਕਿ ਆਉਣ ਵਾਲੇ ਸਮਿਆਂ 'ਚ ਰਵਨੀਤ ਬਿੱਟੂ ਵੀ ਸੀਐਮ ਦਾ ਚਿਹਰਾ ਆਪਣੇ ਆਪ ਨੂੰ ਸੋਚਦੇ, ਔਰ ਇੱਕ ਦਿਨ ਉਹ ਵੀ 27 'ਚ ਜਾਂ 32 'ਚ ਆਪਦੇ ਆਪ ਨੂੰ ਦੇਖਦੇ ਨੇ ਕਿ ਮੈਂ ਹੋ ਸਕਦਾ। ਉਹਨਾਂ ਦੀ ਪਲੈਨਿੰਗਸ ਕੀ ਹੋਣਗੀਆਂ, ਔਰ ਜਿਹੜੇ ਵੈਟਰਨ ਚੁੱਪ ਬੈਠੇ ਆ ਹੁਣ ਸਿਆਸਤਦਾਨ, ਉਹ ਕੀ ਪਲਾਨ ਕਰ ਰਹੇ ਆ ਕਾਂਗਰਸ 'ਚ। ਮੈਨੂੰ ਲੱਗਦਾ ਇਹ ਸਾਰੀਆਂ ਚੀਜ਼ਾਂ ਤੇ ਚਰਚਾ ਨਹੀਂ ਹੋਈ, ਜੋ ਹਾਲੇ ਵੀ ਇੱਕ ਵੱਡੀ ਸਪੇਸ ਪਈ ਹੈ ਕਿ ਇਹਨਾਂ ਗੱਲਾਂ ਦੇ ਉੱਤੇ ਰਮਨ ਚਰਚਾ ਹੋਣੀ ਚਾਹੀਦੀ ਹੈ। ਬਿਲਕੁਲ ਹਾਲ ਦੀ ਘੜੀ ਕਹਿ ਸਕਦੇ ਹਾਂ ਕਿ ਨਵਜੋਤ ਸਿੰਘ ਸਿੱਧੂ ਵਾਲਾ ਜਿਹੜਾ ਤੁਸੀਂ ਕਿੱਸਾ ਸੁਣਾਇਆ, ਉਹ ਆਪਣੀ ਉਸੇ ਰੌਂ ਦੇ ਵਿੱਚ ਵਾਪਸ ਆ ਰਹੇ ਆ ਤੇ ਸ਼ਾਇਦ ਕੁਝ ਹੋਰ ਵੱਡਾ ਦੇਖਾਂ। ਹਾਂ, ਹੁਣ ਉਹਦੇ 'ਚ ਤਾਂ ਵਰਲਡ ਰਿਕਾਰਡ ਹੋਲਡਰ ਬਣੇ ਨਾ ਕਿ ਇੰਨੀਆਂ ਹਾਫ ਸੈਂਚੁਰੀਜ਼ ਕਿਸੇ ਇੱਕ ਪਲੇਅਰ ਨੇ ਕੰਜ਼ੈਕਟਿਵਲੀ ਨਹੀਂ ਮਾਰੀਆਂ ਸੀ। ਮੇਰੇ ਖਿਆਲ ਕੰਜ਼ੈਕਟਿਵ ਹੀ ਹੈ, ਲਗਾਤਾਰ ਹੀ ਮਾਰੀਆਂ ਉਹਨਾਂ ਨੇ, ਔਰ ਇੰਨੇ ਛੱਕੇ ਨਹੀਂ ਮਾਰੇ ਸਿਕਸਰ ਸਿੱਧੂ ਦੇ ਨਾਂ ਤੋਂ ਫਿਰ ਉਹ ਮਸ਼ਹੂਰ ਹੁੰਦੇ ਆ। ਹੁਣ ਐਤਕੀ ਦੇਖਦੇ ਆ ਕਿ ਗਾਂ ਹੁਣ ਕੀ ਅਨਫੋਲਡ ਹੋਣਾ ਹੈ।